ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਗੁਰਬਾਣੀ ਦੀ ਵਿਚਾਰ ਉੱਤੇ ਇਹ ਸ਼ਬਦ ਲੜੀ ਚੱਲ ਰਹੀ ਆ। ਅਸੀਂ ਪਹਿਲਾਂ ਦੋ ਬਾਣੀਆਂ ਤੇ ਵਿਚਾਰ ਕਰ ਚੁੱਕੇ ਹਾਂ, ਇੱਕ ਆਸਾ ਦੀ ਵਾਰ ਉੱਤੇ ਔਰ ਦੂਸਰੀ ਵਿਚਾਰ ਅਸੀਂ ਕੀਤੀ ਹੈ ਉਹ ਰਹਿਰਾਸ ਦੇ ਉੱਤੇ। ਅੱਜ ਜਿਹੜੀ ਅਸੀਂ ਵਿਚਾਰ ਕਰਨੀ ਹੈ ਉਹ ਹੈ ਸੋਹਿਲਾ ਬਾਣੀ, ਜੋ ਸਿੱਖ ਨੂੰ ਹੁਕਮ ਹੈ ਕਿ ਸੌਣ ਤੋਂ ਪਹਿਲਾਂ ਇਹ ਬਾਣੀ ਨੂੰ ਪੜ੍ਹਨਾ ਹੈ। ਇਹ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁੱਢ ਵਿੱਚ ਜਪਜੀ ਸਾਹਿਬ ਸੋਦਰ ਤੇ ਸੋ ਪੁਰਖ ਤੋਂ ਉਪਰੰਤ ਅੰਕ ਨੰਬਰ 12-13 ਉੱਤੇ ਅੰਕਿਤ ਹੈ। ਇਹ ਬਾਣੀ ਸਿੱਖ ਦੀ ਨਿਤਨੇਮ ਦੀ ਬਾਣੀ ਹੈ, ਪਰ ਇਸ ਬਾਣੀ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਪੜ੍ਹਿਆ ਜਾਂਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਤੋਖ ਆਸਣ ਕੀਤਾ ਜਾਂਦਾ, ਜਿਸ ਨੂੰ ਅਸੀਂ ਸੁਖ ਆਸਣ ਕਹਿੰਦੇ ਹਾਂ। ਸੁਖ ਆਸਣ ਨਾ ਜ਼ਿਆਦਾ ਪ੍ਰੋਪਰ ਜਾਂ ਟੁਕਮਾ ਨਹੀਂ ਲੱਗਦਾ, ਕਿਉਂਕਿ ਸੁਖ ਦਾ ਉਲਟਾ ਅਰਥ ਹੁੰਦਾ ਹੈ ਦੁੱਖ। ਸੋ ਇਸ ਲਈ ਸਾਨੂੰ ਅਗਰ ਅਸੀਂ ਇਸ ਵਾਸਤੇ ਸ਼ਬਦ ਵਰਤੀਏ ਸੰਤੋਖ, ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖਿਆ ਜਾਂਦਾ ਹੈ, ਤਾਂ ਮੇਰਾ ਖਿਆਲ ਹੈ ਠੀਕ ਰਹੇਗਾ। ਕਿਉਂਕਿ ਸੁਖ ਆਸਣ ਕਹਾਂਗੇ ਤਾਂ ਫਿਰ ਸਵਾਲ ਪੈਦਾ ਹੁੰਦਾ ਪਹਿਲੇ ਕੀ ਦੁੱਖ ਆਸਣ ਸੀ। ਸੋ ਇਹ ਇੱਕ ਅਲੱਗ ਵਿਸ਼ਾ, ਇਸ ਦੇ ਉੱਤੇ ਅਸੀਂ ਵਿਚਾਰ ਕਰ ਸਕਦੇ ਹਾਂ। ਅੱਜ ਅਸੀਂ ਸੋਹਿਲਾ ਦੀ ਬਾਣੀ ਦੀ ਬਣਤਰ ਬਾਰੇ ਵਿਚਾਰ ਕਰਾਂਗੇ। ਸੋਹਿਲਾ ਦੀ ਬਾਣੀ ਵਿੱਚ 5 ਸ਼ਬਦ ਨੇ। ਇਹ 5 ਸ਼ਬਦ ਅੱਗੋਂ ਰਾਗਾਂ ਵਿੱਚ ਵੀ ਅੰਕਿਤ ਹੈ, ਤੇ ਇੱਥੋਂ ਇਹ ਅਨੁਭਵ ਹੁੰਦਾ ਹੈ, ਇਹ ਸਮਝ ਲੱਗਦੀ ਹੈ ਕਿ ਸਾਡੇ ਸਤਿਗੁਰਾਂ ਨੇ ਇਹ 5 ਸ਼ਬਦ ਬਾਹਰ ਕੱਢ ਕੇ ਇਸ ਲਈ ਲਿਖੇ ਹਨ ਕਿ ਸਾਡੇ ਸਤਿਗੁਰੂ ਚਾਹੁੰਦੇ ਸਨ ਕਿ ਸਿੱਖ ਇਸ ਨੂੰ ਰੋਜ਼ ਪੜ੍ਹੇ। ਇਹ 5 ਸ਼ਬਦਾਂ ਦੇ ਵਿੱਚ 3 ਸ਼ਬਦ ਜੋ ਹੈ ਉਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ। ਇੱਕ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਤੇ ਇੱਕ ਸ਼ਬਦ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਹਿਲੀ ਪਾਤਸ਼ਾਹੀ ਦਾ ਸ਼ਬਦ ਹੈ ਗੌੜੀ ਦੀਪਕੀ। ਰਾਗ ਦਾ ਨਾਂ ਹੈ ਗੌੜੀ ਦੀਪਕੀ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਦੂਜਾ ਸ਼ਬਦ ਜੋ ਹੈ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੈ, ਆਸਾ ਰਾਗ ਵਿੱਚ। ਛੇ ਕਰ ਛੇ ਗੁਰ ਛੇ ਉਪਦੇਸ਼। ਤੀਜਾ ਸ਼ਬਦ ਵੀ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੈ, ਜਿਹੜਾ ਧਨਾਸਰੀ ਰਾਗ ਵਿੱਚ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਇਹ ਤੀਜਾ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸੋਹਿਲਾ ਦੀ ਬਾਣੀ ਵਿੱਚ ਅੰਕਿਤ ਹੈ। ਚੌਥਾ ਸ਼ਬਦ ਜੋ ਹੈ ਉਹ ਚੌਥੇ ਪਾਤਸ਼ਾਹੀ ਦਾ ਗੌੜੀ ਪੂਰਵੀ ਰਾਗ ਦੇ ਵਿੱਚ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੰਜਵਾਂ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਇਹ ਸ਼ਬਦ ਗੁਰੂ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਤਨਾ ਹੀ ਇਹ ਸਾਡਾ ਨਿਤਨੇਮ ਦਾ ਹਿੱਸਾ ਹੈ। ਘਰ ਵਿੱਚ ਸਿੱਖ ਇਹ ਬਾਣੀ ਦਾ ਪਾਠ ਕਿਵੇਂ ਕਰਦੇ ਨੇ, ਕਿਉਂਕਿ ਉਸ ਵੇਲੇ ਉਹ ਇਕੱਲੇ ਹੁੰਦੇ ਨੇ, ਉਹ ਸਾਨੂੰ ਪਤਾ ਨਹੀਂ। ਪਰ ਸੰਗਤੀ ਰੂਪ ਵਿੱਚ ਜੋ ਅਸੀਂ ਇਸ ਦਾ ਪਾਠ ਕਰਦੇ ਹਾਂ, ਸੰਤੋਖ ਆਸਣ ਦੇ ਸਮੇਂ ਕਿਹੜੀ ਬਾਣੀ ਪੜ੍ਹੀ ਜਾਵੇ ਇਸ ਬਾਰੇ ਕੋਈ ਗੁਰਮਤਿ ਵਿੱਚ ਵਿਧਾਨ ਨਹੀਂ ਹੈ। ਪਰ ਕਿਉਂਕਿ ਅਸੀਂ ਹਰ ਗੱਲ ਦਾ ਵਿਧਾਨ ਆਪਣੇ ਆਪ ਹੀ ਕੁਝ ਨਾ ਕੁਝ ਬਣਾ ਲੈਂਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਜਿਵੇਂ ਸਿੱਖ ਨੇ ਸੋਹਿਲੇ ਦਾ ਆਮ ਭਾਸ਼ਾ ਵਿੱਚ ਇਸ ਨੂੰ ਕੀਰਤਨ ਸੋਹਿਲਾ ਵੀ ਕਹਿੰਦੇ ਨੇ, ਪਰ
ਇਹਦਾ ਜਿਹੜਾ ਹੈਡਿੰਗ ਹੈ, ਇਹਦਾ ਸਿਰਲੇਖ ਸੋਹਲਾ ਹੀ ਹੈ। ਸੇ ਆਮ ਸਿੱਖ ਜੋ ਸਮਝਦਾ ਹੈ ਕਿ ਜਿਵੇਂ ਅਸੀਂ ਸੌਣ ਵੇਲੇ ਸੋਹਲੇ ਦਾ ਪਾਠ ਕਰਦੇ ਹਾਂ, ਇਸ ਤਰ੍ਹਾਂ ਹੀ ਗੁਰੂ ਸਾਹਿਬ ਹੁਣ ਸੌਣ ਲੱਗੇ ਆ। ਹਾਲੇ ਕਿ ਸਤਿਗੁਰੂ ਜਿਹੜਾ ਗਿਆਨ ਹੈ, ਗਿਆਨ ਗੁਰੂ ਕਦੀ ਸੌਂਦਾ ਨਹੀਂ, ਕਦੀ ਥੱਕਦਾ ਨਹੀਂ, ਕਦੀ ਭੁੱਖ ਨਹੀਂ ਲੱਗਦੀ। ਇਹ ਅਸੀਂ ਕੁਛ ਐਸੀਆਂ ਕਵਿਤਾਵਾਂ ਬਣਾ ਲਈਆਂ ਜਿਸ ਦੇ ਵਿੱਚ ਅਸੀਂ ਪ੍ਰਗਟ ਗੁਰਾਂ ਦੀ ਦੇਹ ਕਰਕੇ, ਸਰੀਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨ ਲੱਗ ਗਏ। ਉਹ ਇੱਕਦਮ ਗੁਰਮਤਿ ਤੋਂ ਵਿਪਰੀਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਨਾ ਭੁੱਖ ਲੱਗਦੀ ਹੈ, ਨਾ ਪਿਆਸ ਲੱਗਦੀ ਹੈ, ਨਾ ਗਰਮੀ ਲੱਗਦੀ ਹੈ, ਨਾ ਸਰਦੀ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਠੰਡੇ ਹੱਥਾਂ ਤੋਂ ਬਚਾਉਣਾ, ਗਿੱਲੇ ਹੱਥ ਨਹੀਂ ਲਾਉਣੇ। ਅਸੀਂ ਮਿੱਟੀ ਘੱਟੇ ਤੋਂ ਬਚਾਉਣਾ, ਅੱਗ ਤੋਂ ਬਚਾਉਣਾ, ਸਾਫ ਸਫਾਈ ਨਾਲ ਸੇਵਾ ਸੰਭਾਲ ਕਰਨੀ ਹੈ। ਇਹੀ ਗੁਰਮਤਿ ਹੈ। ਇਸ ਤੋਂ ਇਲਾਵਾ ਅਗਰ ਅਸੀਂ ਕੋਈ ਕਰਮ ਕਾਂਡ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਉਹ ਗੁਰੂ ਦੀ ਮੱਤ ਦੇ ਵਿਪਰੀਤ ਹੈ, ਉਲਟ ਹੈ, ਉਹ ਸਾਨੂੰ ਕਦਾਚਿਤ ਵੀ ਨਹੀਂ ਕਰਨਾ ਚਾਹੀਦਾ। ਬਹੁਤ ਸਾਰੀਆਂ ਕਹਾਣੀਆਂ ਦੋਹਰੇ ਬਣਾ ਕੇ ਸਿੱਖ ਧਰਮ ਵਿੱਚ ਪਲਾਂਟ ਕਰ ਦਿੱਤੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਸਰੀਰ ਹਨ। ਹੁਣ ਅੱਜ ਤਾਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੀਰਕ ਰੂਪ ਵਿੱਚ ਕਾਨੂੰਨੀ ਤੌਰ 'ਤੇ ਵੀ ਮਾਨਤਾ ਦਵਾ ਲਈ ਹੈ। ਪਰ ਮੈਂ ਹੁਣ ਪੂਰੀ ਗੱਲ ਇੱਥੇ ਬਿਆਨ ਨਹੀਂ ਕਰਾਂਗਾ। ਇਹ ਗੱਲ ਸਾਡੇ ਫਾਇਦੇ ਵਿੱਚ ਨਹੀਂ, ਸਗੋਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਜਦੋਂ ਇਹ ਨੁਕਸਾਨ ਹੋਏਗਾ ਉਦੋਂ ਸਾਨੂੰ ਸਮਝ ਆਏਗੀ ਕਿ ਅਸੀਂ ਤਾਂ ਇਸ ਨੂੰ ਆਪਣੀ ਵਡਿਆਈ ਸਮਝਦੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਰੀਰ ਦੇ ਰੂਪ ਵਿੱਚ ਮਾਨਤਾ ਦਵਾਈ ਹੈ। ਇਹ ਤਾਂ ਸਾਨੂੰ ਉਲਟਾ ਪੈ ਗਿਆ। ਮੈਂ ਉਹ ਕਾਨੂੰਨੀ ਪਹਿਲੂ ਹਾਲੇ ਇੱਥੇ ਸਾਂਝਾ ਨਹੀਂ ਕਰਾਂਗਾ, ਉਹ ਜ਼ਿਆਦਾ ਚੰਗਾ ਨਹੀਂ ਹੈ। ਉਹ ਇੱਕ ਦਿਨ ਉਹ ਆਉਣਾ ਹੈ, ਉਸ ਦਿਨ ਅਸੀਂ ਪਛਤਾਉਣਾ ਹੈ। ਸੋ ਗੁਰੂ ਗ੍ਰੰਥ ਸਾਹਿਬ ਦੇ ਜੋ ਅਸੀਂ ਜਦੋਂ ਸੰਤੋਖਦੇ ਹਾਂ ਜਾਂ ਸੁਖ ਆਸਣ ਕਰਦੇ ਹਾਂ, ਜੋ ਸਾਡੀ ਬੋਲੀ ਵਿੱਚ ਅਸੀਂ ਕਹਿੰਦੇ ਹਾਂ, ਉਸ ਵੇਲੇ ਸੋਹਲੇ ਜੀ ਦਾ, ਸੋਹਲਾ ਸਾਹਿਬ ਦਾ ਪਾਠ ਕੀਤਾ ਜਾਂਦਾ। ਆਪਣੇ ਆਪਣੇ ਗੁਰਦੁਆਰਿਆਂ ਵਿੱਚ ਧਿਆਨ ਮਾਰਿਓ। ਅੱਜ ਕੱਲ੍ਹ ਸਭ ਕੁਝ ਤੁਹਾਡੇ ਮੋਬਾਈਲ ਵਿੱਚ ਹੈ। ਸੋਹਲੇ ਦੀ ਬਾਣੀ ਨੂੰ ਕੱਢੋ, ਫਿਰ ਸਟੇਜ 'ਤੇ ਬੈਠਾ ਜਿਹੜਾ ਗ੍ਰੰਥੀ ਸਿੰਘ, ਜਿਹੜਾ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਤੋਖ ਆਸਣ ਕਰ ਰਿਹਾ, ਫਿਰ ਉਹ ਸੁਣੋ ਉਹ ਕੀ ਕਹਿੰਦਾ। ਮੈਂ ਦੇਖਣ ਵਿੱਚ ਕੀ ਆਇਆ, ਕਿਉਂਕਿ ਇਹ 5 ਸ਼ਬਦ ਪੜ੍ਹਨ ਲਈ 5 ਮਿੰਟ ਬਹੁਤ ਜ਼ਿਆਦਾ ਨੇ। 5 ਜਾਂ 6 ਮਿੰਟ ਦਾ ਸਮਾਂ ਸਹਿਜ ਨਾਲ ਇਹਨਾਂ ਨੂੰ ਪੜ੍ਹੋਗੇ ਤਾਂ 5 ਦੇ 5 ਸ਼ਬਦ ਪੜ੍ਹੇ ਜਾ ਸਕਦੇ ਨੇ। ਪਰ ਹੋ ਕੀ ਰਿਹਾ ਸੰਗਤਾਂ ਦੇ ਵਿੱਚ, ਕਿਉਂਕਿ ਸਾਨੂੰ ਆਦਤ ਹੀ ਬਣ ਗਈ ਹੈ ਕਿ ਜੋ ਗੁਰੂ ਨੇ ਕੋਈ ਚੀਜ਼ ਕੰਪੋਜ਼ ਕਰ ਦਿੱਤੀ ਆ, ਸੰਕਲਿਤ ਕਰ ਦਿੱਤੀ ਆ, ਸੰਪਾਦਿਤ ਕਰ ਦਿੱਤੀ ਆ, ਅਸਾਂ ਉਸ ਨੂੰ ਉਸ ਹਾਲਤ ਵਿੱਚ ਨਹੀਂ ਰਹਿਣ ਦੇਣਾ। ਅਸੀਂ ਸਿੱਖ ਐਸੇ ਹਾਂ ਕਿ ਗੁਰੂ ਦੀ ਕੀਤੀ ਹੋਈ ਹਰ ਗੱਲ ਨੂੰ ਅਸੀਂ ਉਲਟਾਉਣਾ ਹੀ ਉਲਟਾਉਣਾ ਹੈ। ਇਸ ਵਿੱਚ ਅਸੀਂ ਆਪਣੀ ਬਹੁਤ ਵੱਡੀ ਵਡਿਆਈ ਸਮਝਦੇ ਹਾਂ। ਪਤਾ ਨਹੀਂ ਕਿਉਂ ਇਹ ਲੀਹ ਪਾਈ ਕਿੱਥੋਂ ਜਾਂਦੀ ਹੈ। ਹਰ ਚੀਜ਼ ਦੀ ਲੀਹ ਪੈਂਦੀ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਜਿਵੇਂ ਅਸੀਂ ਜਾਣਦੇ ਹਾਂ, ਉੱਥੇ ਸਵੇਰੇ ਉੱਠ ਕੇ ਥੜੇ ਸਾਹਿਬ ਨੂੰ ਦੁੱਧ ਨਾ ਧੁਆਇਆ ਜਾਂਦਾ, ਅਤੇ ਕਈ ਗੁਰਦੁਆਰਿਆਂ ਵਿੱਚ ਇਹ ਮਰਜ਼ਾਦਾ ਉੱਥੋਂ ਦੇਖ ਕੇ ਚਲਾਈ ਗਈ। ਬੜੀ ਮੁਸ਼ਕਿਲ ਨਾਲ ਬੰਦ ਕਰਾਈ ਦੀ ਹੈ। ਜਦੋਂ ਉਸ ਸਥਾਨ ਤੋਂ ਅਸੀਂ ਦੂਸਰੇ ਸਥਾਨ 'ਤੇ ਚਲੇ ਜਾਂਦੇ ਹਾਂ, ਔਰ ਫਿਰ ਕਈ ਵਾਰ ਉਹੀ ਜਿਹੀ ਮਨਮਤ ਫਿਰ ਸ਼ੁਰੂ ਹੋ ਜਾਂਦੀ ਹੈ। ਸੋ ਇਹ ਸਾਰਾ ਕੁਝ ਉੱਥੋਂ ਚੱਲਦਾ ਹੈ। ਇਵੇਂ ਜਦੋਂ ਅਸੀਂ ਹੁਕਮਨਾਮਾ ਲੈਂਦੇ ਹਾਂ, ਹੁਕਮਨਾਮਾ ਲੈਣ ਦਾ ਤਰੀਕਾ ਸਾਰਾ ਕੁਝ ਸਾਡੇ ਕੋਲ ਵਿਧੀ ਵਿਧਾਨ ਲਿਖਿਆ ਹੋਇਆ ਹੈ ਕਿ ਪੰਨੇ ਦੇ ਖੱਬੇ ਪਾਸਿਓਂ ਲੈਣਾ। ਜੇ ਸ਼ਬਦ ਪਿੱਛੋਂ ਸ਼ੁਰੂ ਹੁੰਦਾ ਤੇ ਉੱਥੋਂ ਅਸੀਂ ਉਸ ਸ਼ਬਦ ਨੂੰ ਸ਼ੁਰੂ ਕਰਨਾ। ਤੇ ਨਾਲ ਅਸੀਂ ਜੇ ਕੋਈ ਸ਼ਲੋਕ, ਕੋਈ ਸ਼ੰਤ, ਕੋਈ ਸ਼ਬਦ ਪੜ੍ਹਦੇ ਹਾਂ, ਜਦੋਂ ਰਮਾਲੇ ਅਸੀਂ ਚੁੱਕਦੇ ਹਾਂ, ਉਹ ਸਿਰਫ ਇਸ ਲਈ ਪੜ੍ਹਨਾ ਹੁੰਦਾ ਕਿ ਸੰਗਤਾਂ ਦਾ ਕੌਨਸਨਟ੍ਰੇਸ਼ਨ, ਧਿਆਨ ਜਿਹੜਾ ਕੇਂਦਰਿਤ ਹੋ ਜਾਵੇ, ਉਹ ਧਿਆਨ ਦੇਣ ਕਿ ਗੁਰੂ ਦਾ ਕੀ ਹੁਕਮ ਆਇਆ ਹੈ। ਪਰ ਰਿਵਾਜ ਕੀ ਪੈ ਗਿਆ, ਆਦਤ ਕੀ ਪੈ ਗਈ, ਜਿਹੜਾ ਬੰਦਾ ਤਾਬਿਆ ਬਹਿੰਦਾ ਨਾ,
ਉਹ 1 2 3 4 5 6 शब्द ਉਹ ਜਿੰਨੇ ਉਸ ਨੂੰ ਮੂੰਹ ਜਵਾਨੀ ਯਾਦ ਹੈ, ਉਹ ਪਤਾ ਨਹੀਂ ਕਈ ਵਾਰ ਇੰਝ ਲੱਗਦਾ ਇਹ ਸੰਗਤ ਨੂੰ ਦੱਸਣਾ ਚਾਹੁੰਦਾ ਹੈ ਮੈਂ ਕਿੱਡਾ ਵੱਡਾ ਗਿਆਨੀ ਆ, ਆ ਦੇਖੋ ਮੈਨੂੰ ਕਿੰਨੀ ਗੁਰਬਾਣੀ ਕੰਠ ਹੈ। ਉਹ ਜੋ ਪੜ੍ਹਨ ਲੱਗਦਾ ਭਾਈ ਸਮਝੋ ਪ੍ਰੋਗਰਾਮ ਸਮਾਪਤ ਹੋ ਗਿਆ। ਹੁਣ ਤੁਸੀਂ ਹੁਕਮਨਾਮਾ ਲੈਣਾ, ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਣਾ। ਜੇ ਤੁਸੀਂ 5-7 ਸ਼ਬਦ ਪੜ੍ਹੋਗੇ, ਆਮ ਜਿਹੜੀ ਸੰਗਤ ਹੈ ਉਹ ਇੰਨੀ ਪੜ੍ਹਾਈ ਲਿਖਾਈ ਨਹੀਂ ਕਰਦੀ, ਉਹਨਾਂ ਨੂੰ ਕੀ ਪਤਾ ਲੱਗੂ ਵੀ ਅੱਜ ਦਾ ਹੁਕਮ ਕੀ ਹੈ। ਤੁਸੀਂ ਤਾਂ ਕਈ ਸ਼ਬਦ ਪੜ੍ਹ ਦਿੰਦੇ ਹੋ। ਭਾਈ ਇਹ ਸਭ ਕੁਝ ਠੀਕ ਨਹੀਂ ਹੈ। ਤੇ ਇਸ ਤਰ੍ਹਾਂ ਹੀ ਸੋਲੇ ਦੀ ਬਾਣੀ ਪੜ੍ਹਨ ਸਮੇਂ ਜੇਕਰ ਅਸਾਂ ਆਪਣੇ ਆਪ ਉਹ ਵਿਧਾਨ ਬਣਾ ਹੀ ਲਿਆ ਕਿ ਜਦੋਂ ਅਸੀਂ ਸੰਤੋਖ ਆਸਣ ਕਰਨਾ ਹੈ, ਜਿਸ ਨੂੰ ਸੁਖ ਆਸਣ ਕਹਿੰਦੇ ਹਾਂ, ਤਾਂ ਉਦੋਂ ਸੋਲੇ ਦੀ ਬਾਣੀ ਪੜ੍ਹਨੀ ਹੈ। ਭਾਈ ਉਹ ਜੇ 5 ਸ਼ਬਦ ਗੁਰੂ ਸਾਹਿਬ ਨੇ ਕੰਪਾਈਲ ਕੀਤੇ ਨੇ, ਸੰਪਾਦਿਤ ਕੀਤੇ ਨੇ, ਉਹਨਾਂ 5 ਨੂੰ ਪੜ੍ਹਿਆ ਜਾਵੇ ਤਾਂ ਅਸੀਂ ਗੁਰੂ ਦੀ ਮੱਤ ਵਿੱਚ ਰਹਿੰਦੇ ਹਾਂ। ਜੇਕਰ ਅਸੀਂ ਆਪਣੀ ਮੱਤ ਪਿੱਛੇ ਚੱਲਣਾ, ਫਿਰ ਭਾਈ ਅਸੀਂ ਗੁਰੂ ਤੋਂ ਬੇਮੁਖ ਹੋ ਜਾਵਾਂਗੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਾਂਗੇ। ਇਸ ਕਰਕੇ ਹਰ ਕੰਮ ਕਰਨ ਲੱਗਿਆਂ ਚੰਗੀ ਤਰ੍ਹਾਂ ਸੋਚਣਾ, ਸਮਝਣਾ, ਕਿਉਂਕਿ ਸੰਗਤੀ ਰੂਪ ਵਿੱਚ ਕੰਮ ਕਰਦੇ, ਤੁਸੀਂ ਘਰ ਕੀ ਕਰ ਰਹੇ ਹੋ ਉਹ ਤੁਹਾਨੂੰ ਹੀ ਪਤਾ, ਪਰ ਜਦੋਂ ਸੰਗਤੀ ਰੂਪ ਵਿੱਚ ਕਰਦੇ ਹੋ ਉਹ ਇੱਕ ਰੋਂਗ ਸਿਗਨਲ, ਗਲਤ ਇਸ਼ਾਰਾ ਜਾਂਦਾ ਹੈ। ਉਹ ਗਲਤ ਲੀਹਾਂ ਪੈਂਦੀਆਂ ਨੇ। ਗੁਰਮਤਿ ਦੇ ਵਿੱਚ ਗਲਤ ਲੀਹਾਂ ਪਾਉਣੀਆਂ ਤੇ ਸੌਖੀਆਂ, ਉਹਨਾਂ ਲੀਹਾਂ ਨੂੰ ਮਟੇਣਾ ਬੜਾ ਔਖਾ। ਮੈਂ ਉਦਾਹਰਨ ਦਿੰਦਾ, ਮੰਨ ਲਓ ਤੁਸੀਂ ਸੰਤੋਖ ਆਸਣ ਕੀਤਾ, ਤੁਸੀਂ 10 ਸ਼ਬਦ ਪੜ੍ਹੇ। ਜਦੋਂ ਮੈਂ ਸੰਤੋਖ ਆਸਣ ਕਰਨ ਲੱਗਾ ਮੈਂ 5 ਪੜ੍ਹੇ। ਸੰਗਤਾਂ ਨੂੰ ਨਹੀਂ ਪਤਾ ਗੱਲ ਕੀ, ਉਹਨੂੰ ਕਹਿਣਾ ਵੀ ਗਿਆਨੀ ਨੂੰ ਕੁਝ ਨਹੀਂ ਆਉਂਦਾ, ਇਹਨੇ ਤਾਂ ਜਲਦੀ ਕੰਮ ਨਿਬੇੜ ਦਿੱਤਾ। ਹਾਲਾਂਕਿ ਉਹਨਾਂ ਨੂੰ ਜਿਹੜਾ ਬੰਦਾ 5 ਹੀ ਸ਼ਬਦ ਪੜ੍ਹਦਾ ਹੈ ਉਹ ਨਿਯਮ ਦੇ ਵਿੱਚ ਹੈ, ਕਾਨੂੰਨ ਦੇ ਵਿੱਚ ਹੈ, ਪਰ ਸੰਗਤਾਂ ਨੂੰ ਆਦਤ ਪੈ ਗਈ ਵੀ ਜੋ ਬਹੁਤ ਲੰਮੀ ਅਰਦਾਸ ਕਰਦਾ, ਬਹੁਤ ਸ਼ਬਦ ਪੜ੍ਹਦਾ, ਇਹ ਵੱਡਾ ਵਿਦਵਾਨ ਹੈ, ਵੱਡਾ ਗਿਆਨੀ ਹੈ। ਪਰ ਹੁੰਦਾ ਇਹ ਹੈ ਕਿ ਅਸੀਂ ਗੁਰੂ ਦੇ ਮੱਤ ਤੋਂ ਲਾਂਭੇ ਚਲੇ ਜਾਂਦੇ। ਸੋ ਅੱਜ ਦੀ ਵਿਚਾਰ ਅਸੀਂ ਸੋਲੇ ਦੀ ਬਾਣੀ ਦੀ ਕੀਤੀ ਹੈ। ਇਹ ਸਿਰਫ 5 ਸ਼ਬਦ ਨੇ। 5 ਸ਼ਬਦਾਂ ਵਿੱਚੋਂ 3 ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਨੇ, ਔਰ 1 ਸ਼ਬਦ ਚੌਥੇ ਪਾਤਸ਼ਾਹ ਜੀ ਦਾ ਤੇ 1 ਪੰਜਵੇਂ ਪਾਤਸ਼ਾਹ ਜੀ ਦਾ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 12 ਅਤੇ 13 ਤੇ ਇਹ ਅੰਕਿਤ ਹਨ। ਆਓ ਅੱਜ ਦੀ ਵਿਚਾਰ ਇਤਨੂ ਕੀ। ਮੈਂ ਉਹੀ ਬਾਰ-ਬਾਰ ਬੇਨਤੀ ਕਰਦਾ ਕਿ ਭਾਈ ਜਿੱਥੇ ਗੁਰੂ ਸਾਹਿਬ ਨੇ ਬਾਣੀ ਕੰਪਾਈਲ ਕੀਤੀ ਹੈ, ਸਾਡੇ ਵਿਰੋਧੀਆਂ ਨੇ ਉਹਦੇ ਵਿੱਚ ਹੀ ਰਲਾਵਟਾਂ ਮਿਲਾਵਟਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਔਰ ਗੁਰੂ ਦੀ ਮੱਤ ਲੈ ਕੇ ਹੀ ਸਾਰੇ ਕਾਰਜ ਕਰਨੇ ਚਾਹੀਦੇ ਆ। ਉਹ ਬੇਨਤੀ ਜੋ ਮੈਂ ਹਮੇਸ਼ਾ ਕਰਿਆ ਕਰਦਾ ਕਿ ਜੇ ਤੁਹਾਨੂੰ ਇਹ ਉਦਮ, ਖੋਜ ਦਾ ਉਦਮ, ਸੱਚ ਦੇ ਮਾਰਗ ਦੀ ਗੱਲ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਵੀਡੀਓ ਨੂੰ ਪਸੰਦ ਕਰੋ ਤੇ ਘੰਟੀ ਦਾ ਬਟਨ ਵੀ ਦਬਾ ਦਿਓ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।